ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਅਜਮੇਰ ਸਿੰਘ ਜੀ ਦੀ ਰਚਨਾ 20ਵੀਂ ਸਦੀ ਦੀ ਸਿੱਖ ਰਾਜਨੀਤੀ ਭਾਗ 53। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਹਿੰਦੂ ਵਰਗ ਦੀ ਬਹੁਗਿਣਤੀ ਦਾ ਰੋਹਬ ਤੇ ਧੌਂਸ ਮੰਨਣ ਤੋਂ ਕਰਾਰਾ ਜਵਾਬ ਦੇ ਦਿੱਤਾ ਅਤੇ ਸਿੱਖ ਜਨਤਾ ਨੂੰ ਵੀ ਖਾਸ ਕਰਕੇ ਇਸ ਦੀ ਰਾਜਸੀ ਤੇ ਧਾਰਮਿਕ ਲੀਡਰਸ਼ਿਪ ਨੂੰ ਹੀਣ ਭਾਵਨਾ ਤੋਂ ਤੇ ਹੌਲੀ ਜਾਂ ਹੌਲਦਲੀ ਦੇ ਇਸ ਮਨੋਰੋਗ ਤੋਂ ਮੁਕਤ ਹੋਣ ਲਈ ਤਿੱਖੀ ਵੰਗਾਰ ਪਾਈ। ਭਾਵੇਂ ਅਕਾਲੀ ਲੀਡਰਸ਼ਿਪ 1947 ਤੋਂ ਲੈ ਕੇ ਹੀ ਸਿੱਖ ਕੌਮ ਨਾਲ ਹੋਣ ਵਾਲੀ ਹਰ ਵਿਤਕਰੇਬਾਜ਼ੀ, ਬੇਇਨਸਾਫੀ ਤੇ ਧੱਕੇਸ਼ਾਹੀ ਵਿਰੁੱਧ ਨਿਰੰਤਰ ਆਪਣਾ ਰੋਸ ਪ੍ਰਗਟਾਉਂਦੀ ਤੇ ਆਪਣੀ ਮੱਤ ਦੇ ਤੇ ਵਿੱਤ ਦੇ ਹਿਸਾਬ ਨਾਲ ਇਸ ਖਿਲਾਫ ਸਿਰੜ ਭਰੀ ਜਦੋਜਹਿਦ ਕਰਦੀ ਆ ਰਹੀ ਸੀ। ਪਰ ਹਿੰਦੂ ਹਾਕਮਾਂ ਦੇ ਹੰਕਾਰ ਤੇ ਜਿੱਦ ਭਰੇ ਰਵੱਈਏ ਦੇ ਸਨਮੁਖ ਅਕਾਲੀ ਲੀਡਰਸ਼ਿਪ ਦਾ ਇਹ ਸੀਲ ਸੁਭਾਅ ਰੋਸ ਕੋਈ ਬਹੁਤੇ ਸਾਰਥਕ ਤੇ ਉਤਸ਼ਾਹੀ ਸਿੱਟੇ ਨਾ ਕੱਢ ਸਕਿਆ। ਖਾਸ ਕਰਕੇ 80ਵਿਆਂ 'ਚ ਜਾ ਕੇ ਜਦ ਹਿੰਦੂ ਵਰਗ ਦੇ ਅੰਦਰ ਫਿਰਕੂ ਫਾਸੀਵਾਦੀ ਸੋਚ ਤੇ ਪ੍ਰਵਿਰਤੀ ਨੇ ਆਪਣਾ ਫਨ ਖਿਲਾਰ ਲਿਆ ਤਾਂ ਅਕਾਲੀ ਲੀਡਰਸ਼ਿਪ ਦਾ ਇਹ ਲੋੜੋਂ ਵੱਧ ਨਰਮ ਤੇ ਕੂਲਾ ਮਿਜਾਜ ਨਾ ਸਿਰਫ ਉੱਕਾ ਹੀ ਪ੍ਰਭਾਵਹੀਣ ਬਣ ਕੇ ਰਹਿ ਗਿਆ ਸੀ, ਸਗੋਂ ਸਿੱਖ ਜਨਤਾ ਦੇ ਮਨਾਂ ਉੱਤੇ ਇਸ ਦੇ ਨਾਪੱਖੀ ਪ੍ਰਭਾਵ ਪ੍ਰਗਟ ਹੋਣ ਲੱਗ ਪਏ ਸਨ। ਸਿੱਖ ਕੌਮ ਇਸ ਨੂੰ ਆਪਣੀਆਂ ਜੁਝਾਰੂ ਰਵਾਇਤਾਂ ਦੇ ਨਿਖੇਧ ਅਤੇ ਆਪਣੇ ਗੌਰਵ ਤੇ ਸਨਮਾਨ ਜਾਂ ਸਵੈਮਾਨ ਦੀ ਹੇਠੀ ਵਜੋਂ ਦੇਖਣ ਲੱਗ ਪਈ ਸੀ ਅਤੇ ਇਸ ਦੇ ਲਈ ਉਸ ਨੇ ਹਿੰਦੂ ਹਾਕਮਾਂ ਦੇ ਨਾਲ ਹੀ ਅਕਾਲੀ ਲੀਡਰਸ਼ਿਪ ਨੂੰ ਵੀ ਬਰਾਬਰ ਦਾ ਦੋਸ਼ੀ ਸਮਝਣਾ ਸ਼ੁਰੂ ਕਰ ਦਿੱਤਾ ਸੀ। ਇਹ ਅਹਿਸਾਸ ਸਿੱਖ ਕਿਸਾਨੀ ਅੰਦਰ ਆਮ ਕਰਕੇ ਅਤੇ ਸਿੱਖ ਨੌਜਵਾਨ ਵਰਗ ਅੰਦਰ ਖਾਸ ਕਰਕੇ ਵੱਧ ਸ਼ਿੱਦਤ ਨਾਲ ਪ੍ਰਗਟ ਹੋ ਰਿਹਾ ਸੀ। ਇਸ ਨਾਲ ਸਿੱਖ ਜਨਤਾ ਅੰਦਰ ਆਪਣੇ ਜੁਝਾਰੂ ਵਿਰਸੇ ਨਾਲ ਮੋਹ ਦੂਣੀ ਤਾਕਤ ਨਾਲ ਜਾਗ ਉੱਠਿਆ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਖਾੜਕੂ ਅੰਦਾਜ਼ ਉਸ ਨੂੰ ਵਿਸ਼ੇਸ਼ ਖਿੱਚ ਪਾਉਣ ਲੱਗਾ। ਇਸ ਤਰ੍ਹਾਂ ਪਰੰਪਰਾ ਦਾ ਸਾਰਾ ਵਜਨ ਸੰਤ ਭਿੰਡਰਾਂਵਾਲੇ ਦੇ ਪੱਖ ਵਿੱਚ ਉਲਰ ਗਿਆ। ਸਿੱਖ ਕੌਮ ਦੇ ਵੱਡੇ ਹਿੱਸੇ ਅਕਾਲੀ ਲੀਡਰਸ਼ਿਪ ਦੀ ਨਰਮ ਖਿਆਲੀ ਵਿਚਾਰਧਾਰਾ ਦੇ ਉਲਟ ਸੰਤ ਜਰਨੈਲ ਸਿੰਘ ਜੀ ਦੀ ਗਰਮ ਖਿਆਲੀ ਵਿਚਾਰਧਾਰਾ ਤੇ ਇਸ ਦੇ ਅਮਲੀ ਰੂਪ ਪ੍ਰਗਟਾਵੇ ਨੂੰ ਸਿੱਖ ਪਰੰਪਰਾ ਦੇ ਵਧੇਰੇ ਅਨੁਕੂਲ ਤੇ ਵੱਧ ਪ੍ਰਮਾਣਿਕ ਮੰਨਣ ਲੱਗ ਪਏ। ਸੰਤ ਭਿੰਡਰਾਂਵਾਲੇ ਦਾ ਗਰਮ ਮਿਜਾਜ ਪੈਂਤੜਾ ਨਾ ਸਿਰਫ ਅਕਾਲੀ ਲੀਡਰਸ਼ਿਪ ਲਈ ਭਾਰੀ ਪਰੇਸ਼ਾਨੀ ਪੈਦਾ ਕਰ ਰਿਹਾ ਸੀ, ਇਹ ਭਾਰਤ ਦੀ ਸਮੁੱਚੀ ਰਾਜਨੀਤਿਕ ਸਥਿਤੀ ਉੱਤੇ ਵੀ ਗਹਿਰਾ ਅਸਰ ਛੱਡ ਰਿਹਾ ਸੀ। ਆਜ਼ਾਦ ਭਾਰਤ ਦੇ ਅਹਿਸਾਸ ਅੰਦਰ ਕਿਸੇ ਘੱਟ ਗਿਣਤੀ ਵਰਗ ਦੇ ਆਗੂ ਦੁਆਰਾ ਇੰਨਾ ਖੁੱਲ੍ਹਮ ਖੁੱਲ੍ਹਾ ਬਾਗੀਆਨਾ ਰੁਖ ਅਖਤਿਆਰ ਕਰ ਲੈਣ ਦੀ ਇਹ ਆਪਣੀ ਕਿਸਮ ਦੀ ਪਹਿਲੀ ਤੇ ਨਿਵੇਕਲੀ ਘਟਨਾ ਸੀ। ਘੱਟ ਗਿਣਤੀ ਵਰਗ ਦੇ ਕਿਸੇ ਆਗੂ ਨੇ ਦੇਸ਼ ਦੇ ਹਿੰਦੂ ਹਾਕਮਾਂ ਤੇ ਉਹਨਾਂ ਦੀ ਪਿੱਠ ਤੇ ਖਲੋਤੀਆਂ ਹਿੰਦੂ ਤਾਕਤਾਂ ਨੂੰ ਇਸ ਕਦਰ ਰੜੇ ਮੈਦਾਨ ਲਲਕਾਰਨ ਦੀ ਜ਼ਰੂਰਤ ਨਹੀਂ ਸੀ ਕੀਤੀ। ਘੱਟ ਗਿਣਤੀ ਵਰਗਾਂ ਦੇ ਆਗੂਆਂ ਦੀ ਇੱਕ ਪੂਰੀ ਪੀੜ੍ਹੀ ਨੇ ਆਪਣੀ ਸਾਰੀ ਉਮਰ ਹਿੰਦੂ ਹਾਕਮਾਂ ਅੱਗੇ ਆਪਣੀਆਂ ਹੱਕੀ ਮੰਗਾਂ ਲਈ ਅਰਜ਼ੋਈਆਂ ਕਰਦਿਆਂ ਅਤੇ ਪੈਰ ਪੈਰ ਤੇ ਸਫਾਈਆਂ ਤੇ ਸਪਸ਼ਟੀਕਰਨ ਦਿੰਦਿਆਂ ਗੁਜ਼ਾਰ ਛੱਡੀ ਸੀ। ਭਾਰਤੀ ਹਾਕਮਾਂ ਦੇ ਕੰਨਾਂ ਨੂੰ ਕਿਸੇ ਘੱਟ ਗਿਣਤੀ ਵਰਗ ਦੇ ਆਗੂ ਦੀ ਇਹ ਗੁਸਤਾਖ ਆਵਾਜ਼ ਪਹਿਲੀ ਵਾਰ ਸੁਣਨ ਨੂੰ ਮਿਲ ਰਹੀ ਸੀ ਕਿ 36 ਸਾਲਾਂ ਤੋਂ ਅਸੀਂ ਸਪਸ਼ਟੀਕਰਨ ਦਿੰਦੇ ਆਏ ਹਾਂ। ਹੁਣ ਉਹ ਭਾਵ ਕਿ ਹਿੰਦੂ ਹਾਕਮ ਸਪਸ਼ਟੀਕਰਨ ਦੇਣ ਕਿ ਉਹਨਾਂ ਨੇ ਸਾਡੇ ਨਾਲ ਰਹਿਣਾ ਹੈ ਜਾਂ ਨਹੀਂ, ਅਤੇ ਨਾਲ ਹੀ ਇਹ ਵੀ ਕਿ ਅਸੀਂ ਕੋਈ ਭੀਖ ਨਹੀਂ ਮੰਗਦੇ, ਆਪਣੇ ਹੱਕ ਮੰਗਦੇ ਹਾਂ ਤੇ ਹੱਕ ਲੈਣੇ ਵੀ ਹਨ, ਭਾਵੇਂ ਟੁਕੜਾ ਟੁਕੜਾ ਹੋ ਜਾਈਏ। ਕਿਸੇ ਘੱਟ ਗਿਣਤੀ ਵਰਗ ਦੇ ਆਗੂ ਵੱਲੋਂ ਬਹੁ ਗਿਣਤੀ ਹੁਕਮਰਾਨ ਧਿਰ ਦੇ ਅੱਗੇ ਮੰਗਾਂ ਲਈ ਹੱਥ ਅੱਡਣ ਦੀ ਥਾਂ ਤਣਿਆ ਹੋਇਆ ਮੁੱਕਾ ਲਹਿਰਾਉਣ ਦਾ ਇਹ ਵਿਚਿੱਤਰ ਅੰਦਾਜ਼ ਹਿੰਦੂ ਹਾਕਮਾਂ ਦੀਆਂ ਨਜ਼ਰਾਂ ਵਿੱਚ ਰਾਜ ਧਰੋਹ ਤੋਂ ਘੱਟ ਸੰਗੀਨ ਜੁਰਮ ਨਹੀਂ ਸੀ। 36 ਸਾਲਾਂ ਤੋਂ ਹਿੰਦੂ ਵਰਗ ਦੇ ਆਗੂ ਸਿੱਖ ਕੌਮ ਨੂੰ ਭਾਰਤ ਦੇ ਅੰਦਰ ਉਸ ਦੀ ਘੱਟ ਗਿਣਤੀ ਦਾ ਅਹਿਸਾਸ
ਕਰਵਾਉਂਦੇ ਅਤੇ ਉਸ ਨੂੰ ਉਸ ਦੀ ਆਟੇ 'ਚ ਲੂਣ ਵਰਗੀ ਤੁੱਛ ਔਕਾਤ ਦਾ ਮਿਹਣਾ ਮਾਰਦੇ ਆ ਰਹੇ ਸਨ। ਸੰਤ ਜਰਨੈਲ ਸਿੰਘ ਨੇ ਸਿੱਖ ਕੌਮ ਨੂੰ ਇੱਕ ਨਿਗੂਣੀ ਘੱਟ ਗਿਣਤੀ ਹੋਣ ਕਰਕੇ ਹਿੰਦੂ ਵਰਗ ਦੇ ਵਾਧੂ ਦੇ ਦਬਾਅ ਵਿੱਚ ਆਉਣ ਤੋਂ ਵਰਜਦਿਆਂ ਅਤੇ ਹਿੰਦੂ ਆਗੂਆਂ ਦੁਆਰਾ ਦਿਖਾਈ ਜਾ ਰਹੀ ਬਹੁ ਗਿਣਤੀ ਦੀ ਹੈਂਕੜ ਉੱਤੇ ਚੋਟ ਕਰਦਿਆਂ ਹੋਇਆ ਇੱਕ ਕਰਾਰਾ ਇਹ ਜਵਾਬ ਸੁਣਾਇਆ ਕਿ ਕਿਹਾ ਜਾ ਰਿਹਾ ਹੈ ਕਿ ਸਿੱਖ ਆਟੇ 'ਚ ਲੂਣ ਦੀ ਤਰ੍ਹਾਂ ਹਨ, ਪਰ ਯਾਦ ਰੱਖਣਾ ਕਿ ਜੇ ਲੂਣ ਦੀ ਡਲੀ ਜ਼ਿਆਦਾ ਹੋ ਜਾਵੇ ਤਾਂ ਆਟਾ ਖਾਣਾ ਮੁਸ਼ਕਲ ਹੋ ਜਾਂਦਾ ਹੈ। ਸੰਤ ਭਿੰਡਰਾਂਵਾਲੇ ਦੀ ਇਸ ਗੁਸਤਾਖ ਅਦਾ ਨੇ ਹਿੰਦੂ ਹਾਕਮਾਂ ਨੂੰ ਇੰਨੀ ਚੀਹ ਚਾੜ ਦਿੱਤੀ ਕਿ ਉਹ ਆਪਣੀ ਸਾਰੀ ਨਫਾਸਤ ਤੇ ਜਮਹੂਰੀ ਅਡੰਬਰ ਨੂੰ ਛੱਡ ਕੇ ਨੰਗੀਆਂ ਧਮਕੀਆਂ ਉੱਤੇ ਉਤਰ ਆਏ। ਸਿੱਖ ਕੌਮ ਨੂੰ ਯਰਕਾਉਣ ਦੇ ਇਰਾਦੇ ਨਾਲ ਖੁਦ ਇੰਦਰਾ ਗਾਂਧੀ ਨੇ ਇਹ ਖੁੱਲ੍ਹਮ ਖੁੱਲੀ ਧਮਕੀ ਦੇ ਮਾਰੀ ਕਿ ਜੇਕਰ ਪੰਜਾਬ ਅੰਦਰ ਸਿੱਖਾਂ ਨੇ ਆਪਣੀਆਂ ਅੱਤਵਾਦੀ ਕਾਰਵਾਈਆਂ ਜਾਰੀ ਰੱਖੀਆਂ ਤਾਂ ਦੇਸ਼ ਦੇ ਹੋਰਨਾਂ ਰਾਜਾਂ ਅੰਦਰ ਵਸਦੇ ਸਿੱਖ ਸੁਰੱਖਿਅਤ ਨਹੀਂ ਰਹਿ ਸਕਣਗੇ। ਇੰਦਰਾ ਦੇ ਇਸ ਬਿਆਨ ਤੋਂ ਪਹਿਲਾਂ ਵੀ ਹਰਿਆਣਾ ਤੇ ਰਾਜਸਥਾਨ ਦੇ ਕੁਝ ਹਿੰਦੂ ਕੱਟੜਪੰਥੀ ਆਗੂ ਇਸੇ ਹੀ ਤਰਜ਼ ਦੇ ਬਿਆਨ ਦੇ ਚੁੱਕੇ ਸਨ। ਇਹ ਇੱਕ ਘੱਟ ਗਿਣਤੀ ਵਰਗ ਨੂੰ ਦੇਸ਼ ਦੇ ਅੰਦਰ ਬਹੁ ਗਿਣਤੀ ਵਰਗ ਦੀ ਤਾਕਤ ਦਾ ਡਰਾਵਾ ਦੇ ਕੇ ਉਸ ਨੂੰ ਬਿਨਾਂ ਕਿਸੇ ਹੀਲ ਹੁਜਤ ਦੇ ਬਹੁ ਗਿਣਤੀ ਵਰਗ ਦੀ ਅਧੀਨਗੀ ਕਬੂਲ ਕਰ ਲੈਣ ਦਾ ਖਰਮਾ ਆਦੇਸ਼ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਹਿੰਦੂ ਵਰਗ ਦੇ ਆਗੂਆਂ ਤੇ ਹਾਕਮਾਂ ਅੰਦਰ ਮਰੋੜੇ ਖਾ ਰਹੀਆਂ ਇਹਨਾਂ ਨਾਜੀਵਾਦੀ ਕੁਰੂਚੀਆਂ ਦਾ ਤਿੱਖਾ ਨੋਟਿਸ ਲੈਂਦਿਆਂ ਹੋਇਆਂ ਉਹਨਾਂ ਨੂੰ ਤੁਰੰਤ ਇਹ ਮੋੜਵੀਂ ਸੁਣਵਾਈ ਕਰ ਦਿੱਤੀ ਕਿ ਜੇਕਰ ਉਹ ਸਿੱਖਾਂ ਨੂੰ ਬਹੁ ਗਿਣਤੀ ਦੀ ਤਾਕਤ ਦੇ ਡਰਾਵੇ ਨਾਲ ਚੁੱਪ ਕਰਾ ਲੈਣ ਦਾ ਜਾਂ ਹਕੂਮਤੀ ਤਾਕਤ ਦੇ ਬਹੁ ਗਿਣਤੀ ਦੇ ਜੋਸ਼ ਜਾਂ ਜ਼ੋਰ ਨਾਲ ਉਹਨਾਂ ਨੂੰ ਜਿਸਮਾਨੀ ਤੌਰ ਤੇ ਕੁਚਲ ਦੇਣ ਦੇ ਫਾਸੀ ਇਰਾਦੇ ਪਾਲ ਕੇ ਚੱਲ ਰਹੇ ਹਨ, ਤਾਂ ਉਹਨਾਂ ਨੂੰ ਇਹ ਤੱਥ ਚੇਤੇ ਰੱਖਣਾ ਚਾਹੀਦਾ ਹੈ ਕਿ ਇੱਕ ਸਿੱਖ ਨੂੰ ਸਿਰਫ 35 ਹਿੰਦੂ ਹੀ ਆਉਂਦੇ ਹਨ, ਇਸ ਤੋਂ ਇੱਕ ਵੀ ਵੱਧ ਨਹੀਂ। ਸੰਤ ਭਿੰਡਰਾਂਵਾਲੇ ਦੇ ਮੂੰਹੋਂ ਇੰਨੀ ਗੱਲ ਨਿਕਲਣ ਦੀ ਢੇਰ ਸੀ ਕਿ ਦੇਸ਼ ਭਰ ਦੀਆਂ ਹਿੰਦੂਵਾਦੀ ਤਾਕਤਾਂ ਅੱਗ ਬਬੂਲਾ ਹੋ ਉੱਠੀਆਂ। ਦੇਸ਼ ਵਿਦੇਸ਼ ਦੀ ਹਿੰਦੂ ਪ੍ਰੈਸ ਨੇ ਇਸ ਬਿਆਨ ਨੂੰ ਸਮੁੱਚੇ ਸੰਦਰਭ ਨਾਲੋਂ ਤੋੜ ਕੇ ਇੰਨੇ ਪੱਖਪਾਤੀ ਨਜ਼ਰੀਏ ਨਾਲ ਉਛਾਲਿਆ ਕਿ ਇੰਦਰਾ ਗਾਂਧੀ ਵੱਲੋਂ ਕੀਤੀ ਪਹਿਲ ਨੂੰ ਮੁਕੰਮਲ ਤੌਰ ਤੇ ਨਜ਼ਰਅੰਦਾਜ਼ ਕਰਦਿਆਂ ਹੋਇਆਂ ਸੰਤ ਭਿੰਡਰਾਂਵਾਲੇ ਨੂੰ ਹਿੰਦੂ ਵਰਗ ਖਿਲਾਫ ਅੰਨੀ ਫਿਰਕੂ ਨਫ਼ਰਤ ਪਾਲਣ ਦਾ ਦੋਸ਼ੀ ਗਰਦਾਨਿਆ ਗਿਆ। ਹਿੰਦੂ ਜਨਤਾ ਦੇ ਮਨਾਂ ਅੰਦਰ ਸੰਤ ਭਿੰਡਰਾਂਵਾਲੇ ਦੇ ਖਿਲਾਫ ਅਤੇ ਉਸ ਦੇ ਪੱਜ ਸਮੁੱਚੇ ਸਿੱਖ ਭਾਈਚਾਰੇ ਦੇ ਖਿਲਾਫ ਫਿਰਕੂ ਨਫ਼ਰਤ ਦੀ ਜ਼ਹਿਰ ਭਰਨ ਦੇ ਚਿਰਾਂ ਤੋਂ ਜਾਰੀ ਬਦਨੀਤੇ ਯਤਨ ਹੋਰ ਤੇਜ਼ ਕਰ ਦਿੱਤੇ ਗਏ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਇਸ ਬਿਆਨ ਦੇ ਸੰਦਰਭ ਤੇ ਇਸ ਦੀ ਅਸਲੀ ਭਾਵਨਾ ਨੂੰ ਸਮਝਣ ਦਾ ਕੋਈ ਵੀ ਯਤਨ ਨਾ ਕੀਤਾ ਗਿਆ। ਦੇਸ਼ ਭਰ ਦੀ ਹਿੰਦੂ ਪ੍ਰੈਸ ਅੰਦਰ ਸੰਤ ਭਿੰਡਰਾਂਵਾਲੇ ਦੇ ਖਿਲਾਫ ਫਿਰਕੂ ਨਫ਼ਰਤ ਉਗਲਦੇ ਬਿਆਨਾਂ ਦਾ ਹੜ੍ਹ ਵਗਾ ਦਿੱਤਾ ਗਿਆ। ਸਿੱਖਾਂ ਨੂੰ ਸੰਤ ਭਿੰਡਰਾਂਵਾਲੇ ਦੀ ਕਥਿਤ ਫਿਰਕੂ ਵਿਚਾਰਧਾਰਾ ਨਾਲੋਂ ਤਿੱਖਾ ਨਖੇੜਾ ਕਰਨ ਤੇ ਉਸ ਦੀ ਖੁੱਲ੍ਹ ਕੇ ਨਿੰਦਿਆ ਕਰਨ ਲਈ ਉਕਸਾਇਆ ਤੇ ਦਬਕਾਇਆ ਜਾਣ ਲੱਗਾ। ਹਿੰਦੂ ਹਾਕਮਾਂ ਦੇ ਇਸ ਚੋਰੀ ਨਾਲੇ ਸੀਨਾ ਚੋਰੀ ਵਾਲੇ ਨਿਹੱਕੇ ਰਵੱਈਏ ਨੇ ਸੰਤ ਜਰਨੈਲ ਸਿੰਘ ਨੂੰ ਹੋਰ ਵੱਧ ਰੋਹ ਚਾੜ ਦਿੱਤਾ। ਉਸ ਨੂੰ ਬਹੁ ਗਿਣਤੀ ਦੇ ਮਗਰੂਰ ਤੇ ਧੱਕੇਸ਼ਾਹੀ ਦੀ ਬਿਰਤੀ ਦੀ ਤਿੱਖੀ ਦੁਰਗੰਧ ਆਈ, ਜਿਸ ਨੂੰ ਉਸ ਵਰਗੇ ਖੁਦਦਾਰ ਤੇ ਸੰਵੇਦਨਸ਼ੀਲ ਵਿਅਕਤੀ ਲਈ ਸਹਿਣ ਕਰ ਸਕਣਾ ਦਿਨੋਂ ਦਿਨ ਵਧੇਰੇ ਮੁਸ਼ਕਲ ਹੁੰਦਾ ਗਿਆ। ਨਾਲ ਹੀ ਇਸੇ ਦੌਰਾਨ ਸਿੱਖਾਂ ਉੱਤੇ ਹਕੂਮਤੀ ਜ਼ਬਰ ਦੀਆਂ ਨਾ ਸਿਰਫ ਘਟਨਾਵਾਂ ਵੱਧਦੀਆਂ ਗਈਆਂ, ਸਗੋਂ ਇਸ ਵਿੱਚ ਦਿਨੋਂ ਦਿਨ ਵਹਿਸ਼ੀਪੁਣੇ ਤੇ ਅਸ਼ਲੀਲਤਾ ਦੇ ਬਰਦਾਸ਼ਤ ਤੋਂ ਬਾਹਰੇ ਅੰਸ਼ ਸ਼ਾਮਲ ਹੁੰਦੇ ਗਏ। ਕੁਝ ਥਾਵਾਂ ਤੇ ਹਿੰਦੂ ਪੁਲਿਸ ਮੁਲਾਜ਼ਮਾਂ ਵੱਲੋਂ ਫਿਰਕੂ ਤਵੱਸਬ ਅਧੀਨ ਹਿਰਾਸਤ ਦੌਰਾਨ ਅੰਮ੍ਰਿਤਧਾਰੀ ਸਿੱਖਾਂ ਦੇ ਕੇਸ ਕਤਲ ਕਰ ਦੇਣ, ਉਹਨਾਂ ਦੇ ਮੂੰਹਾਂ ਵਿੱਚ ਤੰਬਾਕੂ ਅਤੇ ਸਿਗਰਟਾਂ ਤੁੰਨ ਦੇਣ, ਉਹਨਾਂ ਦੇ ਮੂੰਹਾਂ ਅੰਦਰ ਮਨੁੱਖੀ ਗੰਦ ਧੱਕਣ ਦੀਆਂ ਅਸ਼ਿਸ਼ਟ ਹਰਕਤਾਂ ਕਰਨ, ਗਰਮ ਸਲਾਖਾਂ ਨਾਲ ਉਹਨਾਂ ਦੇ ਨਾਜ਼ੁਕ ਅੰਗਾਂ ਨੂੰ ਲੂਹ ਸੁੱਟਣ, ਜਿਸਮਾਂ ਉੱਤੇ ਚੀਰੇ ਦੇ ਕੇ ਜ਼ਖਮਾਂ ਅੰਦਰ ਲੂਣ ਤੇ ਮਿਰਚਾਂ ਆਦ ਭਰ ਦੇਣ ਅਤੇ ਜਮੂਰਾਂ ਨਾਲ ਨਹੁੰਆਂ ਨੂੰ ਖਿੱਚ ਕੇ ਮਾਸ ਨਾਲੋਂ ਵੱਖ ਕਰ ਦੇਣ ਵਰਗੀਆਂ ਦਿਲ ਝੰਜੋੜੂ ਵਾਰਦਾਤਾਂ ਨੇ ਆਮ ਰੂਪ ਵਿੱਚ ਹੀ ਸਿੱਖ ਜਨਤਾ ਅੰਦਰ ਗੁੱਸੇ ਦੇ ਭੜਕਾਹਟ ਦਾ ਮਾਹੌਲ ਪੈਦਾ ਕਰ ਦਿੱਤਾ। ਕੁਝ ਥਾਵਾਂ ਤੇ ਖਾਸ ਕਰਕੇ ਹਰਿਆਣੇ ਅੰਦਰ ਹਿੰਦੂ ਹੁੱਲੜਬਾਜ਼ ਤੱਤਾਂ ਵੱਲੋਂ ਗਿਣ ਮਿਥ ਕੇ ਸਿੱਖਾਂ ਦੇ ਧਾਰਮਿਕ ਸਥਾਨਾਂ, ਗ੍ਰੰਥਾਂ, ਚਿੰਨ੍ਹਾਂ
ਤੇ ਵਿਸ਼ਵਾਸਾਂ ਨੂੰ ਹਮਲੇ ਦਾ ਚੁਣਵਾਂ ਨਿਸ਼ਾਨਾ ਬਣਾਉਣ ਦੀਆਂ ਸਿਲਸਿਲੇਵਾਰ ਘਟਨਾਵਾਂ ਤੇ ਬਲਦੀ ਉੱਤੇ ਤੇਲ ਪਾਉਣ ਦਾ ਕਰਮ ਨਿਭਾਉਣਾ ਜਾਰੀ ਰੱਖਿਆ। ਇੱਥੇ ਇਹ ਜ਼ਿਕਰ ਕਰਨਾ ਬੇਲੋੜਾ ਨਹੀਂ ਹੋਵੇਗਾ ਕਿ ਧਰਮ ਯੁੱਧ ਮੋਰਚੇ ਦੇ ਸਮੁੱਚੇ ਅਮਲ ਦੌਰਾਨ ਅਤੇ ਉਸ ਤੋਂ ਬਾਅਦ ਵੀ ਸਿੱਖਾਂ ਵੱਲੋਂ ਹਿੰਦੂਆਂ ਦੇ ਧਾਰਮਿਕ ਅਸਥਾਨਾਂ, ਗ੍ਰੰਥਾਂ, ਚਿੰਨ੍ਹਾਂ ਤੇ ਵਿਸ਼ਵਾਸਾਂ ਦੀ ਬੇਹੁਰਮਤੀ ਕਰਨ ਦੀ ਇੱਕ ਵੀ ਉਦਾਹਰਣ ਨਹੀਂ ਮਿਲਦੀ। ਪਰ ਹਿੰਦੂ ਕੱਟੜਪੰਥੀ ਤਾਕਤਾਂ ਨੇ ਆਪਣੀ ਫਿਰਕੂ ਭੜਾਸ ਕੱਢਣ ਲਈ ਹਮੇਸ਼ਾ ਹੀ ਅਜਿਹੇ ਅਨੈਤਿਕ ਤੇ ਅਪਵਿੱਤਰ ਕਾਰਿਆਂ ਦੀ ਚੋਣ ਕੀਤੀ। ਬੇਇਨਸਾਫੀ ਤੇ ਬਦ ਦਿਆਨਤਦਾਰੀ ਦੀ ਹੱਦ ਇਹ ਕਿ ਫਿਰਕਾ ਪ੍ਰਸਤੀ ਦੇ ਇਲਜ਼ਾਮ ਉਲਟਾ ਸਿੱਖਾਂ ਉੱਤੇ ਮੜੇ ਜਾਣ ਲੱਗੇ। ਸਿੱਖਾਂ ਦੇ ਸਵੈ ਰੱਖਿਆ ਚੋਂ ਨਿਕਲੇ ਹਰ ਬਚਾਓਵਾਦੀ ਕਰਮ ਨੂੰ ਗਲਤ ਰੰਗਤ ਦੇ ਕੇ ਉਹਨਾਂ ਨੂੰ ਜਨੂਨੀ, ਹਥਿਆਰੇ ਅਤੇ ਦਰਿੰਦੇ ਬਣਾ ਕੇ ਪੇਸ਼ ਕੀਤਾ ਜਾਣ ਲੱਗਾ। ਵਿਤਕਰੇ, ਜ਼ਬਰ ਤੇ ਬੇਇਨਸਾਫੀ ਵਿਰੁੱਧ ਆਵਾਜ਼ ਬੁਲੰਦ ਕਰਨਾ ਹੀ ਦੇਸ਼ ਵਿਰੋਧੀ ਕਰਮ ਗਰਦਾਨਿਆ ਜਾਣ ਲੱਗਾ ਅਤੇ ਇਸ ਆਵਾਜ਼ ਵਿੱਚ ਇੱਕ ਕਰਾਰ ਦਾ ਰਤਾ ਜਿੰਨਾ ਅੰਸ਼ ਵੀ ਹਿੰਦੂ ਹੁਕਮਰਾਨਾਂ ਦੀਆਂ ਨਜ਼ਰਾਂ 'ਚ ਪਾਕਿਸਤਾਨ ਦੀ ਸ਼ਹਿ ਉੱਤੇ ਭਾਰਤ ਨੂੰ ਟੁਕੜੇ ਟੁਕੜੇ ਕਰਨ ਦੀ ਦੇਸ਼ ਵਿਰੋਧੀ ਸਾਜ਼ਿਸ਼ ਹੋ ਨਿਬੜੀ। ਸੋ ਇਸ ਤਰ੍ਹਾਂ ਸਿੱਖਾਂ ਦੇ ਹੱਕੀ ਸੰਘਰਸ਼ ਨੂੰ ਕੁਚਲਣ, ਉਹਨਾਂ ਦੇ ਪੱਖ ਨੂੰ ਵਿਗਾੜ ਕੇ ਪੇਸ਼ ਕਰਨ ਅਤੇ ਉਹਨਾਂ ਨੂੰ ਦੁਨੀਆ ਦੀਆਂ ਨਜ਼ਰਾਂ 'ਚ ਬਦੂ ਕਰਨ ਦੀ ਹਰ ਬਦਈਮਾਨ ਕੋਸ਼ਿਸ਼ ਕੀਤੀ ਗਈ। ਹਿੰਦੂ ਹਾਕਮਾਂ ਦੀ ਧੱਕੇਸ਼ਾਹੀ ਤੋਂ ਵੀ ਵੱਧ ਕੇ ਉਹਨਾਂ ਵੱਲੋਂ ਬੇਸ਼ਰਮੀ ਦੀ ਪੱਧਰ ਤੇ ਪ੍ਰਗਟਾਈ ਜਾ ਰਹੀ ਇਹ ਮੱਕਾਰੀ ਤੇ ਬੇਈਮਾਨੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਮਨ ਅੰਦਰ ਵਧਵੀਂ ਔਖ ਤੇ ਕੁੜੱਤਣ ਪੈਦਾ ਕਰਨ ਦਾ ਕਾਰਨ ਬਣਦੀ ਚਲੀ ਗਈ। ਇਸ ਦਾ ਅਸਰ ਉਸ ਦੇ ਬਿਆਨਾਂ ਤੇ ਵਿਖਿਆਨਾਂ ਚੋਂ ਪ੍ਰਤੱਖ ਦਿਖਾਈ ਦੇਣ ਲੱਗ ਪਿਆ। ਜਿਉਂ-ਜਿਉਂ ਹਿੰਦੂ ਹਾਕਮਾਂ ਤੇ ਨਾਲ ਹੀ ਹਿੰਦੂ ਤਾਕਤਾਂ ਦਾ ਵਿਹਾਰ ਵਧੇਰੇ ਅਸਿਸ਼ਟ ਹੁੰਦਾ ਚਲਾ ਗਿਆ, ਤਿਉਂ-ਤਿਉਂ ਸੰਤ ਭਿੰਡਰਾਂਵਾਲੇ ਦੇ ਬਿਆਨਾਂ ਅਤੇ ਵਿਖਿਆਨਾਂ ਉੱਤੇ ਵਧੇਰੇ ਖਰਵਾ ਅੰਦਾਜ਼ ਹਾਵੀ ਹੁੰਦਾ ਚਲਾ ਗਿਆ। ਹਿੰਦੂ ਹਾਕਮਾਂ ਦੇ ਭੇਦ ਭਾਵੀ ਵਤੀਰੇ ਦੇ ਇੱਕ ਖਾਸ ਦ੍ਰਿਸ਼ਟਾਂਤ ਨੇ ਸੰਤ ਜਰਨੈਲ ਸਿੰਘ ਦੀ ਸੋਚ ਉੱਤੇ ਬਹੁਤ ਹੀ ਭਾਵਪੂਰਨ ਅਸਰ ਛੱਡਿਆ। ਪਟਿਆਲੇ ਵਿਖੇ 5 ਮਈ 1983 ਨੂੰ ਪੁਲਿਸ ਦੀ ਗੋਲੀ ਨਾਲ ਇੱਕ ਹਿੰਦੂ ਨੌਜਵਾਨ ਦੀ ਮੌਤ ਹੋ ਜਾਣ ਉੱਤੇ ਸਰਕਾਰ ਨੇ ਤੁਰੰਤ ਇਸ ਘਟਨਾ ਦੀ ਅਦਾਲਤੀ ਪੜਤਾਲ ਤੇ ਹੁਕਮ ਜਾਰੀ ਕਰ ਦਿੱਤੇ। ਉਸ ਵੇਲੇ ਤੱਕ ਦਰਜਨਾਂ ਹੀ ਸਿੱਖ ਪੁਲਿਸ ਦੇ ਵਹਿਸ਼ੀਪੁਣੇ ਦਾ ਸ਼ਿਕਾਰ ਹੋ ਚੁੱਕੇ ਸਨ ਅਤੇ ਝੂਠੇ ਪੁਲਿਸ ਮੁਕਾਬਲਿਆਂ ਦੀ ਹਕੀਕਤ ਜੱਗ ਜ਼ਾਹਰ ਹੋ ਚੁੱਕੀ ਸੀ। ਪਰ ਸਰਕਾਰ ਨੇ ਕਿਸੇ ਇੱਕ ਵੀ ਮਾਮਲੇ ਦੀ ਅਦਾਲਤੀ ਪੜਤਾਲ ਕਰਾਉਣ ਲਈ ਜਾਂ ਕਰਵਾਉਣਾ ਜ਼ਰੂਰੀ ਨਾ ਸਮਝਿਆ ਤੇ ਨਾ ਹੀ ਜ਼ਰੂਰਤ ਮਹਿਸੂਸ ਕੀਤੀ ਗਈ, ਸਿਰਫ ਅਤੇ ਸਿਰਫ ਇਸ ਕਰਕੇ ਕਿ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਰਨ ਵਾਲੇ ਇਹ ਸਾਰੇ ਵਿਅਕਤੀ ਸਿੱਖ ਸਨ। ਮੌਤ ਦੇ ਮਾਮਲੇ 'ਚ ਵੀ ਇਹ ਰੜਕਵਾਂ ਫਿਰਕੂ ਭੇਦਭਾਵ ਵਰਤਣ ਦੇ ਇਸ ਅਨੈਤਿਕ ਕਰਮ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਡਾਢਾ ਕਹਿਰ ਚਾੜ ਦਿੱਤਾ। ਸੰਤ ਜਰਨੈਲ ਸਿੰਘ ਦੀ ਇਹ ਵਿਸ਼ੇਸ਼ ਖਾਸੀਅਤ ਸੀ ਕਿ ਉਹ ਹਰ ਤੱਥ ਅਤੇ ਘਟਨਾ 'ਚੋਂ ਕੋਈ ਨਿਚੋੜ ਜ਼ਰੂਰ ਕੱਢਦੇ ਸਨ ਅਤੇ ਫਿਰ ਇਸ ਨੂੰ ਆਪਣੀ ਸੋਚ ਤੇ ਰਣਨੀਤੀ ਦਾ ਸਥਾਈ ਅੰਗ ਬਣਾ ਕੇ ਚੱਲਦੇ ਸਨ। ਹਿੰਦੂ ਹਾਕਮਾਂ ਵੱਲੋਂ ਸਿੱਖਾਂ ਦੀਆਂ ਸੈਂਕੜਿਆਂ ਦੀ ਗਿਣਤੀ ਨੂੰ ਜਾ ਪਹੁੰਚੀਆਂ ਮੌਤਾਂ ਨੂੰ ਬੇਕਿਰਕੀ ਨਾਲ ਅਣਗੌਲਿਆਂ ਕਰ ਦੇਣ ਅਤੇ ਇੱਕ ਹਿੰਦੂ ਦੀ ਮੌਤ ਉੱਤੇ ਇੰਨਾ ਤਿੱਖਾ ਪ੍ਰਤੀਕਰਮ ਦਿਖਾਉਣ ਦੀ ਇਸ ਇੱਕੋ ਉਦਾਹਰਣ 'ਚੋਂ ਸੰਤ ਭਿੰਡਰਾਂਵਾਲੇ ਨੂੰ ਇਸ ਨਿਰਣੇ ਉੱਤੇ ਅਪੜਨ ਵਿੱਚ ਦੇਰ ਨਹੀਂ ਲੱਗੀ ਕਿ ਹਿੰਦੂ ਹਾਕਮ ਜੇ ਕਿਸੇ ਗੱਲ ਦੀ ਪੀੜ ਮੰਨ ਸਕਦੇ ਹਨ ਤਾਂ ਉਹ ਸਿਰਫ ਹਿੰਦੂਆਂ ਦਾ ਮਾਰਿਆ ਜਾਣਾ ਹੀ ਹੈ। ਸਿੱਖਾਂ ਦੀਆਂ ਮੌਤਾਂ ਦੀ ਉਹਨਾਂ ਨੂੰ ਕਾਹੀ ਕੋਈ ਪਰਵਾਹ ਨਹੀਂ। ਲੜਾਈ ਜਾਂ ਜੰਗ ਦੇ ਅੰਦਰ ਵਿਰੋਧੀ ਧਿਰ ਨੂੰ ਬੇਦਲ ਕਰਨਾ ਹਰ ਲੜਾਕੂ ਧਿਰ ਦਾ ਪ੍ਰਮੁੱਖ ਸਰੋਕਾਰ ਹੁੰਦਾ ਹੈ। ਭਾਰਤੀ ਹਾਕਮਾਂ ਨੇ ਸਿੱਖਾਂ ਨੂੰ ਵਹਿਸ਼ੀਆਨਾ ਢੰਗ ਨਾਲ ਕਤਲ ਕਰਨ ਦੀ ਜੋ ਯੋਜਨਾਬੱਧ ਮੁਹਿੰਮ ਚਲਾ ਰੱਖੀ ਹੋਈ ਸੀ, ਉਸ ਦਾ ਉਦੇਸ਼ ਸੰਘਰਸ਼ਸ਼ੀਲ ਸਿੱਖ ਤਾਕਤਾਂ ਨੂੰ ਬੇਦਲ ਕਰਕੇ ਹਿੰਦੂ ਹਾਕਮਾਂ ਦੀ ਈਨ ਮੰਨਣ ਲਈ ਮਜਬੂਰ ਕਰ ਦੇਣਾ ਸੀ। ਪਰ ਪੁਲਿਸ ਵੱਲੋਂ ਇੱਕ ਹਿੰਦੂ ਨੂੰ ਜੋ ਸਪਸ਼ਟ ਰੂਪ ਵਿੱਚ ਦੰਗੇ ਕਰ ਰਹੀ ਭੀੜ ਦੀ ਅਗਵਾਈ ਕਰ ਰਿਹਾ ਸੀ, ਗੋਲੀ ਨਾਲ ਮਾਰ ਦੇਣ ਦੀ ਇੱਕ ਮਾਤਰ ਘਟਨਾ ਨੇ ਹਿੰਦੂ ਹਾਕਮਾਂ ਨੂੰ ਇਸ ਕਦਰ ਬੇਚੈਨ ਕਰ ਦਿੱਤਾ ਸੀ। ਉਸ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਆਪਾ ਬਚਾਓ ਲਈ
ਇਸ ਕਾਰਗਰ ਹਥਿਆਰ ਦੀ ਸੁਚੇਤ ਪੱਧਰ ਉੱਤੇ ਵਰਤੋਂ ਕਰਨ ਦੀ ਯੁੱਧ ਮੱਤ ਸੁਝਾਅ ਦਿੱਤੀ ਸੀ। ਭਾਵੇਂ ਇਸ ਯੁੱਧ ਪੈਂਤੜੇ ਦੇ ਉਚਿਤ ਜਾਂ ਅਣਉਚਿਤ ਹੋਣ ਬਾਰੇ ਸਿੱਖ ਪੰਥ ਅੰਦਰ ਲਗਾਤਾਰ ਵਾਦ ਵਿਵਾਦ ਚੱਲਦਾ ਰਿਹਾ, ਪਰ ਹਿੰਦੂ ਹਾਕਮਾਂ ਦੀ ਬਰਦਾਸ਼ਤ ਤੋਂ ਬਾਹਰੀ ਹਰ ਵਧੀਕੀ ਤੇ ਭੜਕਾਹਟ ਸਿੱਖ ਜੁਝਾਰੂ ਸਫਾ ਅੰਦਰ ਇਸ ਹਥਿਆਰ ਦਾ ਇਸਤੇਮਾਲ ਕਰਨ ਦੀ ਜ਼ੋਰਦਾਰ ਤਾਂਘ ਪੈਦਾ ਕਰਦੀ ਗਈ। ਯਕੀਨਨ ਹੀ ਇਹ ਸਿੱਖ ਸੰਘਰਸ਼ੀ ਅੰਦਰ ਸ਼ਾਮਲ ਹੋਇਆ ਇੱਕ ਅਸਲੋਂ ਹੀ ਨਵਾਂ ਅੰਸ਼ ਸੀ, ਜਿਸ ਨੇ ਸਿੱਖ ਕੌਮ ਦੀ ਹਿੰਦੂ ਹਾਕਮਾਂ ਨਾਲ ਟੱਕਰ ਨੂੰ ਇੱਕ ਨਵਾਂ ਅੰਜਾਮ ਦੇ ਦਿੱਤਾ ਜਾਂ ਆਯਾਮ ਦੇ ਦਿੱਤਾ ਅਤੇ ਇਸ ਦੇ ਅਸਰ ਬਹੁਤ ਹੀ ਗਹਿਰੇ ਤੇ ਦੂਰਗਾਮੀ ਹੋ ਨਿਬੜੇ। ਸਰਕਾਰੀ ਏਜੰਸੀਆਂ ਦਾ ਰੂਲ। ਸਰਕਾਰੀ ਖੁਫੀਆ ਏਜੰਸੀਆਂ ਵੱਲੋਂ ਵਿਰੋਧੀ ਲਹਿਰਾਂ ਅੰਦਰ ਘੁਸਪੈਠ ਕਰਕੇ ਉਹਨਾਂ ਨੂੰ ਅੰਦਰੋਂ ਸੱਟ ਮਾਰਨ ਦੀ ਚਾਲ ਪੁਰਾਤਨ ਸਮਿਆਂ ਤੋਂ ਹੀ ਚੱਲੀ ਜਾਂਦੀ ਰਹੀ ਹੈ। ਅਜੋਕੇ ਸਮੇਂ ਅੰਦਰ ਇਸ ਅਮਲ ਵਿੱਚ ਵਧੇਰੇ ਪ੍ਰਬੀਨਤਾ ਆ ਗਈ ਹੈ। ਵੈਸ਼ੀ ਸੁਭਾਅ ਵਾਲੀਆਂ ਹੁਕਮਰਾਨ ਤਾਕਤਾਂ ਵੱਲੋਂ ਖਾਸ ਕਰਕੇ ਇਸ ਹਥਿਆਰ ਦੀ ਵਿਆਪਕ ਪੈਮਾਨੇ ਤੇ ਵਰਤੋਂ ਹੋਣ ਲੱਗ ਪਈ ਹੈ। ਇਸ ਮਕਸਦ ਲਈ ਕਈ ਤਰ੍ਹਾਂ ਦੇ ਢੰਗ ਤਰੀਕੇ ਅਮਲ 'ਚ ਲਿਆਂਦੇ ਜਾਂਦੇ ਹਨ। ਸਰਕਾਰੀ ਖੂਫੀਆ ਏਜੰਸੀਆਂ ਦੁਆਰਾ ਜਾਂ ਤਾਂ ਵਿਰੋਧੀ ਲਹਿਰਾਂ ਅੰਦਰਲੇ ਹੀ ਪੋਲੇ ਤੱਤਾਂ ਨੂੰ ਲਾਲਚ ਦੇ ਕੇ ਆਪਣੀ ਧਿਰ ਬਣਾ ਲਿਆ ਜਾਂਦਾ ਹੈ, ਜਾਂ ਫਿਰ ਆਪਣੇ ਪੜ੍ਹਾਏ ਸਿਖਾਏ ਪੇਸ਼ਾਵਰਾਂ ਨੂੰ ਲਹਿਰ ਦੇ ਝੂਠੀ ਮੂਠੀ ਦੇ ਸਮਰਥਕ ਬਣਾ ਕੇ ਲਹਿਰਾਂ ਦੇ ਅੰਦਰ ਸੁਗੇੜ ਦਿੱਤਾ ਜਾਂਦਾ ਹੈ। ਅਜਿਹੇ ਤੱਤਾਂ ਤੋਂ ਦੋ ਕਿਸਮ ਦੇ ਕੰਮ ਲਏ ਜਾਂਦੇ ਹਨ। ਇੱਕ, ਲਹਿਰ ਦੇ ਅੰਦਰਲੇ ਭੇਦ ਲੈਣੇ, ਲਹਿਰ ਦੇ ਅਹਿਮ ਆਗੂਆਂ ਤੇ ਕਾਰਕੁਨਾਂ ਨੂੰ ਗ੍ਰਿਫਤਾਰ ਕਰਨਾ ਜਾਂ ਜਾਨੋਂ ਮਾਰ ਮੁਕਾਉਣਾ ਇਸ ਯੋਜਨਾ ਦਾ ਅਹਿਮ ਪੱਖ ਹੁੰਦਾ ਹੈ। ਦੂਜਾ, ਇਹਨਾਂ ਘਰ ਅੰਦਰਲੇ ਭੇਤੀਆਂ ਦੀ ਮਦਦ ਨਾਲ ਲਹਿਰ ਦੀ ਸਮੁੱਚੀ ਹਾਲਤ, ਜਿਸ ਵਿੱਚ ਸੈਨਿਕ, ਰਾਜਨੀਤਿਕ, ਜਥੇਬੰਦਕ ਤੇ ਮਨੋਵਿਗਿਆਨਕ ਸਾਰੇ ਪੱਖ ਸ਼ਾਮਲ ਹੁੰਦੇ ਹਨ, ਦਾ ਸਹੀ ਅਨੁਮਾਨ ਲਾਉਣਾ ਤੇ ਇਸ ਆਧਾਰ ਤੇ ਲਹਿਰ ਨਾਲ ਨਜਿੱਠਣ ਦੀ ਸਮੁੱਚੀ ਕਾਰਜ ਯੋਜਨਾ ਤਿਆਰ ਕਰਨਾ ਹੁੰਦਾ ਹੈ। ਭੇਤ ਲੈਣ ਤੋਂ ਇਲਾਵਾ ਖੁਫੀਆ ਏਜੰਸੀਆਂ ਵੱਲੋਂ ਆਪਣੇ ਏਜੰਟਾਂ ਰਾਹੀਂ ਲਹਿਰ ਦੀ ਲੀਡਰਸ਼ਿਪ ਨੂੰ ਗਲਤ ਨੀਤੀਆਂ ਤੇ ਪੈਂਤੜੇ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਇਹ ਖੇਡ ਵੱਧ ਚਲਾਕੀ ਤੇ ਪ੍ਰਬੀਨਤਾ ਨਾਲ ਖੇਡੀ ਜਾਂਦੀ ਹੈ। ਲਹਿਰ ਦੇ ਆਗੂਆਂ, ਜੋ ਕਿ ਦੁਸ਼ਮਣ ਦੀ ਇਸ ਚਾਲ ਤੋਂ ਪੂਰੀ ਤਰ੍ਹਾਂ ਬੇਖਬਰ ਹੁੰਦੇ ਹਨ, ਨੂੰ ਅਸਿੱਧੇ ਤੇ ਛਲਾਵੇ ਭਰੇ ਢੰਗਾਂ ਰਾਹੀਂ ਗਲਤ ਮੱਤਾਂ ਦੇ ਕੇ ਅਜਿਹੇ ਫੈਸਲੇ ਲੈਣ ਲਈ ਪ੍ਰੇਰਿਆ ਜਾਂਦਾ ਹੈ ਜੋ ਲਹਿਰ ਦੇ ਹਿੱਤਾਂ ਲਈ ਅੰਤਾਂ ਦੇ ਨੁਕਸਾਨਦੇਹ ਹੁੰਦੇ ਹਨ ਅਤੇ ਜਿਸ ਨਾਲ ਹੁਕਮਰਾਨ ਤਾਕਤਾਂ ਲਈ ਵਿਰੋਧੀ ਲਹਿਰ ਨੂੰ ਲੋਕਾਂ 'ਚੋਂ ਨਖੇੜ ਕੇ ਕੁਚਲਣਾ ਆਸਾਨ ਹੋ ਜਾਂਦਾ ਹੈ। ਕੋਈ ਲਹਿਰ ਖੁਫੀਆ ਏਜੰਸੀਆਂ ਦੇ ਇਸ ਜਾਲ ਵਿੱਚ ਕਿਸ ਹੱਦ ਤੱਕ ਫਾਈ ਜਾਂਦੀ ਹੈ, ਇਹ ਲਹਿਰ ਦੀ ਅਤੇ ਖਾਸ ਕਰਕੇ ਇਸ ਦੇ ਆਗੂਆਂ ਦੀ ਸਿਧਾਂਤਕ ਸੋਝੀ ਤੇ ਬਕਿਆਈ ਉੱਤੇ ਨਿਰਭਰ ਕਰਦਾ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸੁਭਾਅ ਤੇ ਸ਼ਖਸੀਅਤ ਦਾ ਡੂੰਘੀ ਨੀਝ ਨਾਲ ਵਿਸ਼ਲੇਸ਼ਣ ਕੀਤਿਆਂ ਸੌਖ ਨਾਲ ਹੀ ਇਸ ਨਿਰਣੇ ਤੇ ਅਪੜਿਆ ਜਾ ਸਕਦਾ ਹੈ ਕਿ ਉਸ ਵਰਗੇ ਬਲਵਾਨ ਚਿੱਤ ਤੇ ਆਜ਼ਾਦ ਮਤ ਵਿਅਕਤੀ ਨੂੰ ਗਲਤ ਪੱਟੀ ਪੜ੍ਹਾ ਕੇ ਕਿਸੇ ਅਜਿਹੇ ਫੈਸਲੇ ਜਾਂ ਕਰਮ ਲਈ ਪ੍ਰੇਰ ਸਕਣਾ ਜੋ ਉਸ ਦੇ ਆਪਣੇ ਤਰਕ ਤੇ ਹਿੱਤਾਂ ਦੇ ਅਨੁਕੂਲ ਨਾ ਹੋਵੇ, ਕਿਸੇ ਵੀ ਤਰ੍ਹਾਂ ਆਸਾਨ ਨਹੀਂ ਸੀ। ਉਹ ਹਰ ਫੈਸਲਾ ਆਪਣੀ ਆਜ਼ਾਦ ਮਤ ਨਾਲ ਲੈਂਦੇ ਸਨ। ਬੇਗਾਨੀ ਚੱਕ ਨਾਲ ਫੈਸਲੇ ਲੈਣ ਵਾਲੇ ਕਿਰਦਾਰ ਨਾਲ ਉਹਨਾਂ ਨੂੰ ਸਖਤ ਚਿੜ ਸੀ। ਇਸ ਕਰਕੇ ਧਰਮ ਯੁੱਧ ਮੋਰਚੇ ਦੇ ਸਮੁੱਚੇ ਅਮਲ ਦੌਰਾਨ ਸੰਤ ਭਿੰਡਰਾਂਵਾਲੇ ਵੱਲੋਂ ਲਏ ਗਏ ਅਹਿਮ ਨਿਰਣਿਆਂ ਵਿੱਚ ਸਰਕਾਰੀ ਖੂਫੀਆ ਏਜੰਸੀਆਂ ਦੇ ਕਿਸੇ ਲੁਕਵੇਂ ਹੱਥ ਤੇ ਦਖਲ ਦੀ ਗੱਲ ਨਾ ਤਾਂ ਉਸ ਦੇ ਸ਼ਖਸੀ ਸੁਭਾਅ ਤੇ ਸ਼ਖਸੀਅਤ ਦੀ ਦ੍ਰਿਸ਼ਟੀ ਤੋਂ ਮੰਨਣ ਵਿੱਚ ਆਉਂਦੀ ਹੈ ਅਤੇ ਨਾ ਇਹਨਾਂ ਨਿਰਣਿਆਂ ਦਾ ਅੰਤਰੀਵ ਤਰਕ ਹੀ ਇਸ ਧਾਰਨਾ ਦਾ ਹਾਮੀ ਬਣਦਾ ਹੈ। ਪਰ ਇਸ ਦੇ ਬਾਵਜੂਦ ਇਸ ਤੱਥ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਭਾਰਤ ਸਰਕਾਰ ਦੀਆਂ ਖੁਫੀਆ ਏਜੰਸੀਆਂ ਸਿੱਖ ਸੰਘਰਸ਼ ਨੂੰ ਅੰਦਰੋਂ ਢਾਹ ਲਾਉਣ ਲਈ ਨਿਰੰਤਰ ਯਤਨ ਕਰਦੀਆਂ ਰਹੀਆਂ। ਉਹ ਸਿੱਧੇ ਰੂਪ ਵਿੱਚ ਸੰਤ ਭਿੰਡਰਾਂਵਾਲੇ ਦੇ ਵਿਚਾਰਾਂ ਤੇ ਨੀਤੀ ਨਿਰਣਿਆਂ ਨੂੰ ਪ੍ਰਭਾਵਿਤ ਕਰਨ ਵਿੱਚ ਭਲੇ ਹੀ ਕਾਮਯਾਬ ਨਾ ਹੋ ਸਕੀਆਂ, ਪਰੰਤੂ ਲਹਿਰ ਤੇ ਜਥੇਬੰਦੀ ਦੇ ਹੋਰਨਾਂ ਪੱਧਰਾਂ ਉੱਤੇ ਉਹਨਾਂ ਦੇ ਪ੍ਰਭਾਵ ਦੀ ਸੰਭਾਵਨਾ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਪਰ ਸੰਤ ਭਿੰਡਰਾਂਵਾਲੇ ਦੀ ਸ਼ਖਸੀਅਤ ਤੇ ਕਾਰਜਸ਼ੈਲੀ ਨੂੰ ਦੇਖਦਿਆਂ ਹੋਇਆਂ ਅਜਿਹੇ ਕਿਸੇ ਪ੍ਰਭਾਵ ਦੀ
ਅਸਰਦਾਰੀ ਨੂੰ ਵਧਾ ਕੇ ਨਹੀਂ ਦੇਖਿਆ ਜਾਣਾ ਚਾਹੀਦਾ। ਭਾਵੇਂ ਹੋਰਨਾਂ ਦੀਆਂ ਸਲਾਹਾਂ ਤੇ ਰਾਵਾਂ ਲੈਣ ਪ੍ਰਤੀ ਸੰਤ ਭਿੰਡਰਾਂਵਾਲੇ ਦੀ ਪਹੁੰਚ ਨਾ ਪੱਖੀ ਨਹੀਂ ਸੀ, ਪਰ ਉਹ ਸਿਰਫ ਸੁਹਿਰਦ ਰਾਵਾਂ ਵੱਲ ਹੀ ਵੱਧ ਕੰਨ ਕਰਦੇ ਸਨ ਅਤੇ ਇਸ ਮਾਮਲੇ 'ਚ ਵੀ ਉਹ ਹੋਰਨਾਂ ਦੀਆਂ ਰਾਵਾਂ ਤੇ ਸਲਾਹਾਂ ਨੂੰ ਆਪਣੀ ਸੁਤੰਤਰ ਸੋਚਣੀ ਉੱਤੇ ਹਾਵੀ ਨਹੀਂ ਸਨ ਹੋਣ ਦਿੰਦੇ। ਇਸ ਕਰਕੇ ਲਹਿਰ ਦੇ ਜਥੇਬੰਦੀ ਦੇ ਹੋਰਨਾਂ ਪੱਧਰਾਂ ਉੱਤੇ ਖੁਫੀਆ ਏਜੰਸੀਆਂ ਦਾ ਜੇ ਕੋਈ ਪ੍ਰਭਾਵ ਹੈ ਵੀ ਸੀ ਤਾਂ ਉਹ ਬਹੁਤਾ ਅਸਰਦਾਰ ਸਾਬਤ ਨਹੀਂ ਹੋ ਸਕਿਆ। ਸੰਤ ਭਿੰਡਰਾਂਵਾਲੇ ਦੇ ਜਿਉਂਦੇ ਜੀ ਅਜਿਹੀ ਕੋਈ ਉਦਾਹਰਣ ਸਾਹਮਣੇ ਨਹੀਂ ਆਈ ਜਦ ਸਰਕਾਰ ਉਹਨਾਂ ਦਾ ਕੋਈ ਅਹਿਮ ਅੰਦਰੂਨੀ ਭੇਤ ਲੈ ਕੇ ਉਹਨਾਂ ਦਾ ਕੋਈ ਵੱਡਾ ਨੁਕਸਾਨ ਕਰਨ ਵਿੱਚ ਸਫਲ ਹੋ ਗਈ ਹੋਵੇ। ਹਰ ਜਗ੍ਹਾ ਹੀ ਸਰਕਾਰੀ ਖੁਫੀਆ ਏਜੰਸੀਆਂ ਵੱਲੋਂ ਇੱਕ ਅਹਿਮ ਹੱਥਕੰਡਾ ਇਹ ਵਰਤਿਆ ਜਾਂਦਾ ਹੈ ਕਿ ਸੰਘਰਸ਼ ਕਰ ਰਹੀਆਂ ਧਿਰਾਂ ਵਿਚਕਾਰ ਆਪਸੀ ਬੇਵਿਸ਼ਵਾਸੀ ਦਾ ਮਾਹੌਲ ਪੈਦਾ ਕਰਕੇ ਅੰਦਰੂਨੀ ਵਿਰੋਧਾਂ ਨੂੰ ਹਵਾ ਦੇਣ ਦੇ ਪੁਰਜ਼ੋਰ ਯਤਨ ਕੀਤੇ ਜਾਂਦੇ ਹਨ। ਨਿੰਦਿਆ ਚੁਗਲੀ ਦੇ ਜ਼ਰੀਏ ਆਗੂ ਸਫਾਂ ਅੰਦਰ ਇੱਕ ਦੂਜੇ ਬਾਰੇ ਗਲਤ ਫਹਿਮੀਆਂ ਪੈਦਾ ਕੀਤੀਆਂ ਜਾਂਦੀਆਂ ਹਨ ਅਤੇ ਮਨਾਂ ਅੰਦਰ ਇੱਕ ਦੂਜੇ ਪ੍ਰਤੀ ਰੰਜਿਸ਼ ਤੇ ਨਫ਼ਰਤ ਭਰੀ ਜਾਂਦੀ ਹੈ। ਸੰਸਾਰ ਭਰ ਦੀਆਂ ਲਹਿਰਾਂ ਦੇ ਤਜਰਬੇ 'ਚੋਂ ਇਹ ਗੱਲ ਸਾਹਮਣੇ ਆਈ ਹੈ ਕਿ ਹਰ ਜਗ੍ਹਾ ਦੀ ਖੁਫੀਆ ਏਜੰਸੀਆਂ ਨੂੰ ਇਸ ਖੇਤਰ ਅੰਦਰ ਸਭ ਤੋਂ ਵੱਧ ਸਫਲਤਾ ਹੱਥ ਲੱਗਦੀ ਰਹੀ ਹੈ ਅਤੇ ਉਹਨਾਂ ਦੀ ਇਹ ਚਾਲ ਬਹੁਤ ਹੀ ਖਤਰਨਾਕ ਤੇ ਤਬਾਹਕੁਨ ਸਾਬਤ ਹੁੰਦੀ ਰਹੀ ਹੈ। ਉਹਨਾਂ ਦੇਸ਼ਾਂ ਜਾਂ ਸਮਾਜਾਂ ਅੰਦਰ ਜੋ ਮਾਨਸਿਕ ਤੌਰ ਤੇ ਅਜੇ ਵੀ ਕਬਾਇਲੀ ਜਾਂ ਜਾਗੀਰੂ ਸੱਭਿਆਚਾਰ ਦੇ ਤਕੜੇ ਪ੍ਰਭਾਵ ਕਬੂਲ ਕਰਕੇ ਚੱਲ ਰਹੇ ਹਨ, ਖੁਫੀਆ ਏਜੰਸੀਆਂ ਲਈ ਇਹ ਕਾਰਜ ਬਹੁਤ ਹੀ ਸੁਖਾਲਾ ਹੋ ਜਾਂਦਾ ਹੈ। ਸਿੱਖ ਪੰਥ ਦੀਆਂ ਅੱਡ-ਅੱਡ ਜਥੇਬੰਦੀਆਂ ਦੇ ਸੰਘਰਸ਼ਸ਼ੀਲ ਧਿਰਾਂ ਦਾ ਧਰਮ ਯੁੱਧ ਮੋਰਚੇ ਦੇ ਰੂਪ ਵਿੱਚ ਇੱਕ ਸਾਂਝੇ ਮੰਚ ਉੱਤੇ ਇਕੱਠਿਆਂ ਹੋ ਜਾਣਾ ਭਾਰਤੀ ਹਾਕਮਾਂ ਨੂੰ ਉੱਕਾ ਹੀ ਹਜ਼ਮ ਨਹੀਂ ਸੀ ਹੋ ਰਿਹਾ। ਉਹਨਾਂ ਇਸ ਏਕਤਾ ਨੂੰ ਖੇਰੂ ਕਰਨ ਲਈ ਪੂਰੀ ਵਾਹ ਲਾ ਰੱਖੀ ਹੋਈ ਸੀ। ਇਸ ਮਕਸਦ ਲਈ ਕਈ ਪਾਸਿਆਂ ਤੋਂ ਅਤੇ ਕਈਆਂ ਪੱਧਰਾਂ ਤੇ ਯਤਨ ਕੀਤੇ ਜਾ ਰਹੇ ਸਨ। ਰਾਜਨੀਤਿਕ ਫਰੰਟ ਉੱਤੇ ਦਿੱਲੀ ਦੇ ਪੰਜਾਬੀ ਗਰੁੱਪ ਤੋਂ ਲੈ ਕੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਤੱਕ ਆਪਣੇ ਆਪ ਨੂੰ ਧਰਮ ਨਿਰਪੱਖ ਕਹਿਣ ਵਾਲੀਆਂ ਸਭਨਾਂ ਤਾਕਤਾਂ ਨੇ ਅਕਾਲੀ ਆਗੂਆਂ ਉੱਤੇ ਸੰਤ ਭਿੰਡਰਾਂਵਾਲੇ ਦੀ ਖਾੜਕੂ ਵਿਚਾਰਧਾਰਾ ਨਾਲੋਂ ਤਿੱਖਾ ਤੇ ਦੋ ਟੁਕ ਨਖੇੜਾ ਕਰਨ ਲਈ ਲਗਾਤਾਰ ਭਾਰੀ ਦਬਾਅ ਪਾ ਰੱਖਿਆ ਹੋਇਆ ਸੀ। ਇੰਦਰਾ ਗਾਂਧੀ ਵੱਲੋਂ ਅਕਾਲੀ ਆਗੂਆਂ ਨੂੰ ਗੱਲਬਾਤ ਲਈ ਭਰਮਾਉਣ ਦੇ ਪੈਂਤੜੇ ਦੀ ਸ਼ੇਸ਼ਤ ਵੀ ਇਸੇ ਨਿਸ਼ਾਨੇ ਵੱਲ ਸੇਧੀ ਹੋਈ ਸੀ। ਉਹ ਸਮਝੌਤੇ ਦੀ ਬੁਰਕੀ ਸੁੱਟ ਕੇ ਅਕਾਲੀ ਆਗੂਆਂ ਨੂੰ ਉਹਨਾਂ ਦੇ ਈਮਾਨ ਤੋਂ ਡੁਲਾਉਣ ਅਤੇ ਫਿਰ ਉਹਨਾਂ ਉੱਤੇ ਸੰਤ ਭਿੰਡਰਾਂਵਾਲੇ ਦਾ ਗੁੱਸਾ ਨਾਜ਼ਲ ਕਰਵਾਉਣ ਅਤੇ ਇਸ ਤਰ੍ਹਾਂ ਮੁਸ਼ਕਲ ਨਾਲ ਹਾਸਲ ਹੋਈ ਪੰਥਕ ਏਕਤਾ ਦਾ ਘਾਤ ਕਰ ਦੇਣ ਦੀ ਚਾਣਕਿਆ ਨੀਤੀ ਉੱਤੇ ਚੱਲ ਰਹੀ ਸੀ। ਉਧਰ ਇਹੀ ਮਕਸਦ ਹਾਸਲ ਕਰਨ ਲਈ ਖੁਫੀਆ ਏਜੰਸੀਆਂ ਵੀ ਆਪਣੇ ਪੱਧਰ ਉੱਤੇ ਜੁਟੀਆਂ ਹੋਈਆਂ ਸਨ। ਉਹਨਾਂ ਦਾ ਪ੍ਰਮੁੱਖ ਯਤਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਵਿਚਕਾਰ ਪਾਟਕ ਪਾਉਣ ਅਤੇ ਦਰਬਾਰ ਸਾਹਿਬ ਅੰਦਰ ਅੱਡ-ਅੱਡ ਧਿਰਾਂ ਵਿਚਕਾਰ ਹਥਿਆਰਬੰਦ ਟਕਰਾਓ ਦੀ ਨੌਬਤ ਪੈਦਾ ਕਰਨ ਤੇ ਲੱਗਾ ਹੋਇਆ ਸੀ। ਦਰਬਾਰ ਸਾਹਿਬ ਅੰਦਰ ਫੌਜ ਦੇ ਦਾਖਲੇ ਲਈ ਵਧੇਰੇ ਜਚਣਹਾਰ ਬਹਾਨਾ ਸਿਰਜਣ ਲਈ ਦਰਬਾਰ ਸਾਹਿਬ ਸਮੂਹ ਦੇ ਅੰਦਰ ਖੂਨੀ ਟਕਰਾਓ ਦੀ ਸਥਿਤੀ ਪੈਦਾ ਕਰਨ ਦਾ ਕਾਰਜ ਖੁਫੀਆ ਏਜੰਸੀਆਂ ਦੇ ਮੁੱਖ ਏਜੰਡੇ ਉੱਤੇ ਸੀ। ਪੰਥਕ ਧਿਰਾਂ ਵਿਚਕਾਰ ਵਿਰੋਧ ਜਾਂ ਮਤਭੇਦ ਨਿਰਾ ਖੁਫੀਆ ਏਜੰਸੀਆਂ ਦੀ ਹੀ ਦੇਣ ਨਹੀਂ ਸੀ। ਉਹਨਾਂ ਵਿਚਕਾਰ ਵਿਚਾਰਾਂ ਦੇ ਕੁਝ ਹਕੀਕੀ ਵਖਰੇਵੇਂ ਵੀ ਸਨ ਅਤੇ ਨਾਲ ਹੀ ਸ਼ਖਸੀ ਝਗੜੇ ਤੇ ਸ਼ਖਸੀਅਤਾਂ ਦੇ ਟਕਰਾਓ ਜੋ ਕਿ ਕਬਾਇਲੀ ਜਾਂ ਜਾਗੀਰੂ ਸੱਭਿਆਚਾਰ ਦਾ ਖਾਸ ਲੱਛਣ ਹੁੰਦਾ ਹੈ ਵੀ ਸਨ। ਖੁਫੀਆ ਏਜੰਸੀਆਂ ਦਾ ਯਤਨ ਇਹਨਾਂ ਵਖਰੇਵਿਆਂ ਨੂੰ ਵਿਰੋਧਾਂ ਵਿੱਚ ਅਤੇ ਵਿਰੋਧਾਂ ਨੂੰ ਦੁਸ਼ਮਣੀਆਂ ਵਿੱਚ ਪਲਟਣਾ ਸੀ। ਇਹ ਪੰਥਕ ਧਿਰਾਂ ਸਾਹਮਣੇ ਪੈਦਾ ਹੋਈ ਇੱਕ ਬਹੁਤ ਹੀ ਕਠੋਰ ਤੇ ਚੁਣੌਤੀ ਭਰੀ ਸਥਿਤੀ ਸੀ। ਇਸ ਵਿੱਚੋਂ ਹੀ ਪੰਥਕ ਸ਼ਕਤੀਆਂ ਦੀ ਖਾਸ ਕਰਕੇ ਉਹਨਾਂ ਦੀਆਂ ਮੋਹਰੀ ਹਸਤੀਆਂ ਦੀ ਸੂਝ, ਪਰਪੱਕਤਾ, ਸੁਹਿਰਦਤਾ ਤੇ ਵਚਨਬੱਧਤਾ ਦੀ ਪਰਖ ਹੋਣੀ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਇੱਕ ਪ੍ਰੈਸ ਮਿਲਣੀ ਦੌਰਾਨ ਧਰਮ ਯੁੱਧ ਮੋਰਚਾ ਸ਼ੁਰੂ ਕਰਨ ਦੇ ਆਪਣੇ ਉਦੇਸ਼ਾਂ ਬਾਰੇ ਦੱਸਦੇ ਹੋਏ ਦੋ ਗੱਲਾਂ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਸੀ।
ਇੱਕ ਸਾਰੇ ਸਿੱਖਾਂ ਨੂੰ ਇੱਕ ਮੰਚ ਉੱਤੇ ਇਕੱਠਿਆਂ ਕਰਨਾ, ਦੂਜਾ ਸਿੱਖਾਂ ਨੂੰ ਇਹ ਅਹਿਸਾਸ ਕਰਾਉਣਾ ਕਿ ਉਹ ਭਾਰਤ ਅੰਦਰ ਬਰਾਬਰ ਦੇ ਨਾਗਰਿਕ ਨਹੀਂ। ਅਕਾਲੀ ਆਗੂਆਂ ਦੇ ਅਸਲੀ ਕਿਰਦਾਰ ਬਾਰੇ ਜਾਣਦੇ ਹੋਇਆਂ ਵੀ ਉਹਨਾਂ ਨਾਲ ਸਾਂਝ ਪਾ ਕੇ ਚੱਲਣ ਦੀ ਲੋੜ ਤੇ ਅਹਿਮੀਅਤ ਨੂੰ ਪਛਾਣ ਲੈਣਾ ਅਤੇ ਫਿਰ ਇਸ ਲੋੜ ਨੂੰ ਅਮਲ ਅੰਦਰ ਸਾਕਾਰ ਕਰਨ ਲਈ ਆਪਣੀ ਪੂਰੀ ਵਾਹ ਲਾ ਦੇਣੀ ਕੋਈ ਛੋਟੀ ਗੱਲ ਨਹੀਂ ਸੀ। ਇਸ ਪਿੱਛੇ ਵੱਡੀ ਸੋਚ ਤੇ ਨਿੱਘਰ ਪ੍ਰਤੀਬੱਧਤਾ ਕੰਮ ਕਰਦੀ ਸੀ। ਸੰਤ ਜਰਨੈਲ ਸਿੰਘ ਨੇ ਐਨ ਸ਼ੁਰੂ ਵਿੱਚ ਹੀ ਅਕਾਲੀ ਆਗੂਆਂ ਨੂੰ ਤੇ ਨਾਲ ਹੀ ਆਮ ਸਿੱਖ ਜਨਤਾ ਨੂੰ ਵੀ ਇਹ ਗੱਲ ਪੂਰੀ ਤਰ੍ਹਾਂ ਸਾਫ਼ ਕਰ ਦਿੱਤੀ ਸੀ ਕਿ ਉਸ ਨੂੰ ਕਿਸੇ ਲੀਡਰੀ ਜਾਂ ਅਹੁਦੇ ਦੀ ਕੋਈ ਲਾਲਸਾ ਨਹੀਂ ਤੇ ਉਸ ਦਾ ਰੋਮ ਰੋਮ ਪੰਥਕ ਕਾਜ ਨੂੰ ਸਮਰਪਿਤ ਹੈ। ਜੇ ਇਹ ਸਿਰਫ ਕਹਿਣ ਦੀ ਹੀ ਗੱਲ ਹੁੰਦੀ ਤਾਂ ਇਸ ਵਿੱਚ ਕੁਝ ਵੀ ਨਵਾਂ ਜਾਂ ਵਿਚਿੱਤਰ ਨਹੀਂ ਸੀ, ਕਿਉਂਕਿ ਦਿਖਾਵੇ ਲਈ ਅਜਿਹੀ ਨਿਸ਼ਕਾਮ ਭਾਵਨਾ ਦਾ ਪ੍ਰਗਟਾਵਾ ਕਰਨਾ ਰਾਜਸੀ ਲੋਕਾਂ ਦਾ ਆਮ ਹੀ ਦਸਤੂਰ ਬਣਿਆ ਹੋਇਆ ਹੈ। ਅਹੁਦਿਆਂ ਦੀ ਹਿਰਸ ਤੇ ਹਉਮੈ ਚ ਗ੍ਰਸਤ ਅਕਾਲੀ ਆਗੂਆਂ ਦੇ ਮੂੰਹੋਂ ਪੰਥ ਵਸੇ ਮੈਂ ਉਜੜਾ ਦੇ ਦੰਭੀ ਵਾਕ ਸੁਣਦਿਆਂ ਸਿੱਖ ਜਨਤਾ ਦੇ ਕੰਨ ਪੱਕੇ ਪਏ ਸਨ। ਪਰ ਸੰਤ ਜਰਨੈਲ ਸਿੰਘ ਉਹਨਾਂ ਰਾਜਸੀ ਲੋਕਾਂ ਦੀ ਉਸ ਜਾਤ ਚੋਂ ਨਹੀਂ ਸੀ ਜੋ ਕਹਿੰਦੇ ਹੋਰ ਤੇ ਕਮਾਉਂਦੇ ਹੋਰ ਸਨ। ਅਕਾਲੀ ਲੀਡਰਸ਼ਿਪ ਨਾਲ ਸਾਂਝ ਪਾਉਣ ਵੇਲੇ ਉਸ ਆਪਣੇ ਵੱਲੋਂ ਲੀਡਰਸ਼ਿਪ ਦੇ ਮੁੱਦੇ ਨੂੰ ਉੱਕਾ ਹੀ ਵਿੱਚ ਨਹੀਂ ਸੀ ਆਉਣ ਦਿੱਤਾ। ਸਿੱਖ ਕੌਮ ਦਾ ਭਾਰਤ ਅੰਦਰ ਮਾਣ ਤੇ ਵਕਾਰ ਰੁਲਦਾ ਦੇਖ ਕੇ ਉਸਨੇ ਮਨ ਅੰਦਰ ਇਹ ਦ੍ਰਿੜ ਨਿਸ਼ਚਾ ਕਰ ਲਿਆ ਹੋਇਆ ਸੀ ਕਿ ਸਿੱਖ ਕੌਮ ਦੇ ਗਲੋਂ ਗੁਲਾਮੀ ਦਾ ਇਹ ਜੂੜਾ ਲਾਉਣਾ ਹੈ। ਇਸ ਉਦੇਸ਼ ਦੀ ਪੂਰਤੀ ਲਈ ਹੀ ਉਸ ਨੇ ਸੰਘਰਸ਼ ਦਾ ਬੀੜਾ ਚੁੱਕਿਆ ਸੀ। ਜੇ ਬੀੜਾ ਚੁੱਕਿਆ ਨਾ ਕਹੀਏ, ਆਪਾਂ ਜ਼ਿੰਮੇਵਾਰੀ ਲਈ ਸੀ, ਕਿਉਂਕਿ ਬੀੜਾ ਚੁੱਕਣਾ ਮੈਂ ਜਿੱਥੋਂ ਤੱਕ ਪੜ੍ਹਿਆ ਜਾਂ ਸੁਣਿਆ ਇਹ ਮੁਸਲਮਾਨ ਆਪਣੇ ਦਰਬਾਰ ਵਿੱਚ ਕਰਦੇ ਸੀ। ਤੰਬਾਕੂ ਦਾ ਬੀੜਾ ਉਹ ਜੋ ਰਾਜਾ ਜਾਂ ਹੁਕਮਰਾਨ ਹੁੰਦਾ ਸੀ ਤਲੀ ਦੇ ਉੱਤੇ ਧਰਦਾ ਸੀ ਤੇ ਜਦੋਂ ਕੋਈ ਸਹੁੰ ਲੈਂਦਾ ਸੀ ਕੋਈ ਜਰਨੈਲ ਉੱਠ ਕੇ ਤੇ ਉਹਨੂੰ ਕਹਿੰਦਾ ਹੈ ਵੀ ਤੂੰ ਆ ਬੀੜਾ ਚੁੱਕ ਕੇ ਤੇ ਮੂੰਹ 'ਚ ਪਾ ਤੇ ਉਹ ਉਹਦੇ ਵਾਸਤੇ ਵਚਨਬੱਧ ਹੁੰਦਾ ਹੈ। ਇਸ ਕਰਕੇ ਸਾਡੇ ਚਲੋ ਜ਼ਿੰਮੇਵਾਰੀ ਲਈ ਸੀ, ਆਪਾਂ ਇਦਾਂ ਚੱਲਦੇ ਹਾਂ। ਇਹ ਗੱਲ ਉਸ ਲਈ ਬਹੁਤੇ ਮਾਨੇ ਨਹੀਂ ਸੀ ਰੱਖਦੀ ਕਿ ਸੰਘਰਸ਼ ਲੜਿਆ ਕਿਸ ਦੇ ਝੰਡੇ ਹੇਠ ਜਾਂਦਾ ਹੈ। ਉਸ ਲਈ ਮੁੱਖ ਗੱਲ ਇਹ ਸੀ ਕਿ ਸੰਘਰਸ਼ ਦਰੁਸਤ ਪੈਂਤੜੇ ਤੋਂ ਲੜਿਆ ਜਾਵੇ, ਸੁਹਿਰਦਤਾ ਤੇ ਸਾਬਤ ਕਦਮੀ ਨਾਲ ਲੜਿਆ ਜਾਵੇ ਅਤੇ ਉਦੇਸ਼ ਦੀ ਪੂਰਤੀ ਤੱਕ ਲੜਿਆ ਜਾਵੇ। ਇਸ ਲਈ ਜੇਕਰ ਅਕਾਲੀ ਲੀਡਰਸ਼ਿਪ ਨੇ ਇਹ ਇੱਛਾ ਜ਼ਾਹਰ ਕੀਤੀ ਕਿ ਸੰਘਰਸ਼ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਲੜਿਆ ਜਾਣਾ ਚਾਹੀਦਾ ਹੈ ਤਾਂ ਸੰਤ ਭਿੰਡਰਾਂਵਾਲੇ ਨੇ ਇਹ ਸੁਝਾਅ ਖੁਸ਼ੀ-ਖੁਸ਼ੀ ਕਬੂਲ ਕਰ ਲਿਆ। ਜੇਕਰ ਅਕਾਲੀ ਲੀਡਰਸ਼ਿਪ ਨੇ ਸੰਘਰਸ਼ ਉੱਤੇ ਆਪਣੀ ਅਜ਼ਾਰੇਦਾਰਾਨਾ ਪਕੜ ਬਣਾਈ ਰੱਖਣ ਲਈ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਧਰਮਯੁੱਧ ਮੋਰਚੇ ਦਾ ਪ੍ਰਮੁੱਖ ਸੰਚਾਲਕ ਥਾਪ ਦੇਣ ਦਾ ਇੱਕ ਤਰਫਾ ਐਲਾਨ ਕਰ ਦਿੱਤਾ ਤਾਂ ਸੰਤ ਭਿੰਡਰਾਂਵਾਲੇ ਨੇ ਇਸ ਉੱਤੇ ਰੱਤੀ ਭਰ ਵੀ ਕੋਈ ਉਜਰ ਨਹੀਂ ਦਿੱਤਾ। ਉਸ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਜਥੇਬੰਦਕ ਲੀਡਰਸ਼ਿਪ ਕਬੂਲਣ ਵਿੱਚ ਰਤਾ ਜਿੰਨੀ ਵੀ ਝਿਜਕ ਨਹੀਂ ਦਿਖਾਈ। ਸੰਘਰਸ਼ ਦੇ ਸਮੁੱਚੇ ਅਮਲ ਦੌਰਾਨ ਉਸਨੇ ਇਸ ਭਾਵਨਾ ਦਾ ਪੱਲਾ ਨਹੀਂ ਛੱਡਿਆ। ਅਕਾਲੀ ਲੀਡਰਸ਼ਿਪ ਨਾਲ ਉਸ ਦੇ ਸਿਧਾਂਤਕ ਮਤਭੇਦ ਜ਼ਰੂਰ ਪੈਦਾ ਹੁੰਦੇ ਰਹੇ ਅਤੇ ਕਈ ਮੌਕਿਆਂ ਤੇ ਇਹ ਮਤਭੇਦ ਗੰਭੀਰ ਰੂਪ ਵੀ ਇਖਤਿਆਰ ਕਰ ਜਾਂਦੇ ਰਹੇ, ਪਰ ਧਰਮਯੁੱਧ ਮੋਰਚੇ ਦੇ ਸਮੁੱਚੇ ਅਮਲ ਦੌਰਾਨ ਉਸਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਜਥੇਬੰਦਕ ਲੀਡਰਸ਼ਿਪ ਨੂੰ ਚੁਣੌਤੀ ਦੇਣ ਦੀ ਕਦੇ ਵੀ ਕੋਈ ਕੋਸ਼ਿਸ਼ ਨਹੀਂ ਕੀਤੀ। ਵਿਅਕਤੀਗਤ ਰੂਪ ਵਿੱਚ ਸੰਤ ਹਰਚੰਦ ਸਿੰਘ ਲੌਂਗੋਵਾਲ ਬਾਰੇ ਵੀ ਇਹ ਕਿਹਾ ਜਾ ਸਕਦਾ ਹੈ ਕਿ ਉਹ ਆਪਣੇ ਸਮਕਾਲੀ ਹੋਰਨਾਂ ਅਕਾਲੀ ਆਗੂਆਂ ਦੀ ਤੁਲਨਾ ਵਿੱਚ ਲੀਡਰੀ ਦੀ ਭੁੱਖ ਜਾਂ ਅਹੁਦੇ ਦੀ ਲਾਲਸਾ ਤੋਂ ਕਾਫੀ ਹੱਦ ਤੱਕ ਮੁਕਤ ਸਨ। ਇਸ ਦ੍ਰਿਸ਼ਟੀ ਤੋਂ ਉਹ ਆਪਣੇ ਸਮਕਾਲੀ ਆਗੂਆਂ ਨਾਲੋਂ ਥੋੜੀ ਵੱਖਰੀ ਸ਼੍ਰੇਣੀ ਵਿੱਚ ਆਉਂਦੇ ਸਨ, ਪਰ ਉਸ ਵਿੱਚ ਵੱਡੀ ਘਾਟ ਇਹ ਸੀ ਕਿ ਉਹ ਅਕਸਰ ਆਪਣੇ ਨੇੜਲੇ ਲੋਕਾਂ ਦਾ ਪ੍ਰਭਾਵ ਤੇ ਦਬਾਅ ਕਬੂਲ ਲੈਂਦਾ ਸੀ, ਜਿਸ ਸਦਕਾ ਉਸ ਦੀ ਸੁਤੰਤਰ ਤੌਰ ਤੇ ਸੋਚਣ ਤੇ ਵਿਚਰਨ ਦੀ ਸਮਰੱਥਾ ਗ੍ਰਹਿਣੀ ਜਾਂਦੀ ਸੀ। ਆਮ ਜੀਵਨ ਅੰਦਰ ਇਹ ਨੁਕਸ ਇੰਨਾ ਨਹੀਂ ਰੜਕਦਾ, ਪਰ ਰਾਜਸੀ ਜੀਵਨ ਅੰਦਰ ਇਹ ਇੱਕ ਗੰਭੀਰ ਔਗਣ ਹੋ ਨਿਬੜਦਾ ਹੈ, ਖਾਸ ਕਰਕੇ ਜੇਕਰ ਅਜਿਹੇ ਔਗਣ ਵਾਲੇ ਵਿਅਕਤੀ ਦੇ ਮੋਢਿਆਂ ਤੇ ਇਤਿਹਾਸ ਅੰਦਰ
ਵੱਡਾ ਰੋਲ ਨਿਭਾਉਣ ਦੀ ਜ਼ਿੰਮੇਵਾਰੀ ਆਣ ਪਵੇ ਤਾਂ ਇਸ ਦੇ ਨਤੀਜੇ ਬਹੁਤ ਨਿਰਾਸ਼ਜਨਕ ਨਿਕਲ ਸਕਦੇ ਹਨ ਜਾਂ ਨਿਕਲਦੇ ਹਨ। ਇਹ ਗੱਲ ਨਹੀਂ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨਿਕਟ ਸਹਿਯੋਗੀ ਉਸ ਜਿੰਨੇ ਹੀ ਸ਼ੁੱਧ ਜਾਂ ਪਾਕ ਸਨ। ਜੋ ਇਸ ਭਾਗ ਲਈ ਇਹਨਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।